ਸਤਿ ਸ਼੍ਰੀ ਅਕਾਲ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਦੇ ਉੱਤੇ। ਤੇ ਅੱਜ ਤੁਹਾਨੂੰ ਇੱਕ ਚੀਜ਼ ਦੱਸੂੰਗਾ ਕਿ ਮਤਲਬ 3000 ਸਬਸਕ੍ਰਾਈਬਰ ਮੇਰੇ ਚੈਨਲ ਤੇ ਕੰਪਲੀਟ ਹੋ ਗਏ ਆ, ਮਤਲਬ ਉਹ ਵੀ ਫਿਊ ਵੀਕ ਦੇ ਵਿੱਚ ਯਾਰ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਥੈਂਕ ਯੂ ਸੋ ਮਚ। ਤੇ ਅੱਜ ਦਾ ਟੌਪਿਕ ਮੈਂ ਲੈ ਕੇ ਆਇਆ ਬਈ ਟਾਸਕ 1 ਰਾਈਟਿੰਗ ਦਾ। ਇੱਕ ਵੀਰ ਦਾ ਬਹੁਤ ਕਮੈਂਟ ਆ ਰਿਹਾ ਸੀ ਕਿ ਵੀ ਟਾਸਕ 1 ਤੇ ਵੀ ਵੀਡੀਓ ਬਣਾ ਦੇ, ਕਿ ਟਾਸਕ 2 ਦੀ ਵੀਡੀਓ ਠੀਕ ਆ, ਵਧੀਆ ਹੈ। ਤੇ ਟਾਸਕ 1 ਦਾ ਅੱਜ ਮੈਂ ਟੌਪਿਕ ਲੈ ਕੇ ਆਇਆ ਤੁਹਾਡੇ ਲਈ, ਤੇ ਅੱਜ ਉਹਨੂੰ ਸੋਲਵ ਕਰਾਂਗੇ। ਰੀਡਿੰਗ ਦੇ ਵੀ ਟੌਪਿਕ ਲੈ ਕੇ ਆਉਂਗਾ ਯਾਰ। ਮੈਂ ਡੇ ਬਾਈ ਡੇ ਵੀਡੀਓ ਅਪਲੋਡ ਕਰ ਰਿਹਾ ਕਿ ਮੇਰਾ ਵੀ ਥੋੜ੍ਹਾ ਹੈਟਿਕ ਸਕੈਡਿਊਲ ਜਿਹਾ ਆ, ਥੋੜ੍ਹਾ ਬਿਜ਼ੀ ਰਹਿਣਾ ਹੈ, ਇਸ ਕਰਕੇ ਮਤਲਬ ਡੇ ਬਾਈ ਡੇ ਇੱਕ ਵੀਡੀਓ ਜ਼ਰੂਰ ਅਪਲੋਡ ਕਰੂੰਗਾ। ਜਿਵੇਂ ਅੱਜ ਟਾਸਕ 1 ਦੀ ਆ, ਕੱਲ੍ਹ ਰੀਡਿੰਗ ਦੇ ਫਿਲਿਪਸ 'ਤੇ ਕਰ ਦੂੰਗਾ ਹੈ ਨਾ, ਜਿੱਦਾਂ ਟਾਈਮ ਮੇਰਾ ਲੱਗੂਗਾ ਨਾਲ ਦੀ ਨਾਲ। ਤੇ ਚਲੋ ਫਿਰ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅੱਜ ਦਾ ਟੌਪਿਕ ਹੈ ਬਈ ਟਾਸਕ 1, ਠੀਕ ਹੈ। ਇੱਕ ਚੀਜ਼ ਇਹਦੇ ਵਿੱਚ ਦੇਖਣੀ ਆ ਟਾਸਕ 1 ਵਿੱਚ, ਸਾਨੂੰ ਪਹਿਲੀ ਗੱਲ ਤਾਂ ਨੋਰਮਲੀ ਤੁਹਾਨੂੰ ਪਤਾ ਹੀ ਆ ਟਾਸਕ 1 ਵਿੱਚ ਕੀ ਹੁੰਦਾ, ਪਰ ਫਿਰ ਵੀ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ ਆ ਕਿ ਇਹਦੇ ਵਿੱਚ ਕਿਸ ਤਰ੍ਹਾਂ ਦੇ ਮਤਲਬ ਸਾਡੇ ਕੁਐਸਚਨ ਆਉਂਦੇ ਨੇ ਟਾਸਕ 1 ਦੇ ਵਿੱਚ, ਹੈ ਨਾ। ਫਸਟ ਵਨ ਆਉਂਦਾ ਆ ਸਾਨੂੰ ਬਾਰ ਗ੍ਰਾਫ, ਸੈਕਿੰਡ ਵਨ ਆ ਜਾਂਦਾ ਆ ਟੇਬਲ, ਥਰਡ ਵਨ ਆ ਜਾਂਦਾ ਆ ਪਾਈ ਚਾਰਟ, ਫੋਰਥ ਵਨ ਆ ਜਾਂਦਾ ਆ ਲਾਈਨ ਗ੍ਰਾਫ, ਐਂਡ ਫਿਫਥ ਵਨ ਜਿਹੜਾ ਲਾਸਟ ਆ ਉਹ ਆ ਜਾਂਦਾ ਆ ਕੰਬੀਨੇਸ਼ਨ, ਠੀਕ ਹੈ। ਇਹ ਸਾਡੇ ਵਿੱਚ ਆਉਂਦੇ ਨੇ ਜਿਹੜੇ ਮੇਨਲੀ, ਜਿਹੜੇ ਮੈਂ ਆਪਣੇ ਮਤਲਬ ਐਕਸਪੀਰੀਅੰਸ ਦੇ ਤੌਰ 'ਤੇ ਤੁਹਾਨੂੰ ਦੱਸਦਾ, ਜਿਹੜੇ ਜ਼ਿਆਦਾ ਆਉਂਦੇ ਨੇ ਉਹ ਸਾਡਾ ਆਉਂਦਾ ਹੈ ਬਾਰ ਗ੍ਰਾਫ, ਪਾਈ ਚਾਰਟ ਅਤੇ ਲਾਈਨ ਗ੍ਰਾਫ, ਠੀਕ ਹੈ। ਟੇਬਲ ਵੀ ਆਉਂਦੇ ਨੇ, ਪਰ ਟੇਬਲ ਅਤੇ ਜਿਹੜਾ ਕੰਪੈਰੀਜ਼ਨ ਨੇ ਇਹ ਬਹੁਤ ਰੇਅਰ ਆਉਂਦੇ ਨੇ, ਰੇਅਰ ਕੇਸਿਸ 'ਚ ਆਉਂਦੇ ਨੇ, ਪਰ ਇਹ ਤਿੰਨ ਤਾਂ ਨੋਰਮਲੀ ਆਉਂਦੇ ਹੀ ਨੇ। ਅਤੇ ਇਹਨਾਂ ਨੂੰ ਸੋਲਵ ਕਰਨ ਦਾ ਮੈਂ ਤੁਹਾਨੂੰ ਈਜ਼ੀ ਵੇ ਦੱਸੂੰਗਾ ਕਿ ਤੁਸੀਂ ਇਹਨਾਂ ਨੂੰ ਕਿਵੇਂ ਸੋਲਵ ਕਰ ਸਕਦੇ ਹੋ, ਹੈ ਨਾ ਬਈ। ਬਹੁਤ ਜ਼ਿਆਦਾ ਮਤਲਬ ਹੈਟਿਕ ਨਹੀਂ ਦੱਸੂੰਗਾ, ਠੀਕ ਹੈ। ਇਹ ਵਾਲੇ ਆਉਂਦੇ ਨੇ ਸਾਡੇ, ਜਿਹੜੇ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ, ਇਹ ਇਨਕਲੂਡ ਹੁੰਦੇ ਨੇ ਡਾਟਾ ਵਿੱਚ, ਜਿਨ੍ਹਾਂ ਵਿੱਚ ਸਾਨੂੰ ਡਾਟਾ ਵਗੈਰਾ ਹੈ ਨਾ ਹੋ ਸਕਦਾ ਗਿਵਨ ਦਿੱਤਾ ਹੁੰਦਾ ਡਾਟਾ ਵਗੈਰਾ। ਇੱਕ ਆਉਂਦੇ ਆ ਨੌਨ ਡਾਟਾ। ਨੌਨ ਡਾਟਾ ਵਿੱਚ ਸਾਡੇ ਕਿਹੜੇ ਕਿਹੜੇ ਆ ਜਾਂਦੇ ਆ ਮਤਲਬ, ਠੀਕ ਹੈ, ਉਹ ਵੀ ਮੈਂ ਐਕਸਪਲੇਨ ਕਰ ਰਿਹਾ। ਉਹਦੇ ਵਿੱਚ ਆ ਜਾਂਦਾ ਹੈ ਜਿਵੇਂ ਕਿ ਮੈਪ, ਠੀਕ ਹੈ, ਪ੍ਰੋਸੈਸ ਡਾਇਗਰਾਮ ਹੋ ਗਈ, ਠੀਕ ਹੈ, ਲਾਈਫ ਸਾਈਕਲ ਹੋ ਗਏ, ठीक है, और लास्ट वन हो गया फ्लो चार्ट। ये तो तुहानूं इन्नी तो नॉलेज होनी है यार कि मैप ज़्यादा बेसिकली प्रोसैस डायग्राम तो फ्लो चार्ट आता है, मैप वगैरह भी आ जाते हैं, पर इन्हां च सारा कुछ सेम ही होंदा यार। टास्क 1 में नंबर लेने बहुत ईजी ने, बहुत ही ज़्यादा ईजी ने, जे तुहानूं इन्हां दी एग्जैक्टली करैक्ट स्ट्रैटेजीज पता होण किमें सॉल्व करने। कुछ तुहानूं मैं इदां दी चीज़ां दसूँगा, ਜਿਹੜੇ ਤਾਂ पढ़ सकते हो पढ़न, ਜਿਹੜੇ नहीं पढ़ सकते वो रट्टा लगा लैण, ठीक है। रट्टा लगाना की होगा कि यार रट्टा लगाना पैना, क्योंकि देखो आपां आइल्स ਦੇ ਵਿੱਚ प्रोफैशनल नहीं बनना, साडा मेन मोटिव आ एग्जाम ਨੂੰ क्लीयर करना। किमें करना है वो दिमाग ਨਾਲ ही होना, ज़्यादा पढ़ के दिमाग खराब करके भी क्लीयर नहीं होना, ठीक है। मैं समझ सकदा क्योंकि मैं भी ये चीज़ फेस की। चलो वीडियो शुरू करते हैं कि हुण आपां एग्जाम्पल दिंदे कि पाई चार्ट आ जाए, है ना, ਉਹਦੇ ਵਿੱਚ ਆਪਾਂ ਕੀ ਲਿਖ ਸਕਦੇ ਹਾਂ, है ना। चलो फॉर एग्जाम्पल ਇਹਨਾਂ ਵਿੱਚ ਆਪਾਂ ਜਿਹੜੀ ਚੀਜ਼ ਆ ਨਾ ਮੇਨ, ਉਹ ਕਿਹੜੀ ਆਪਾਂ ਯੂਜ਼ ਕਰਦੇ ਹਾਂ। ਇੱਕ ਹੁੰਦਾ ਆ ਕੰਪੈਰੀਜ਼ਨ, ਜਿੱਦਾਂ ਆ ਜਾਂਦਾ ਨਾ ਸਾਡਾ ਕੰਪੈਰੀਜ਼ਨ ਕਰੋ। ਫੋਰ ਐਗਜ਼ਾਮਪਲ ਆਹ ਦੇਖੋ, ਤੁਹਾਡੇ ਲਈ ਮੈਂ ਪਹਿਲਾਂ ਹੀ ਕੱਢ ਕੇ ਰੱਖਿਆ, ਜਿੱਦਾਂ ਕੰਪੈਰੀਜ਼ਨ ਆ ਗਿਆ, ਠੀਕ ਹੈ। ਇਨ ਡੇਲੀ ਫੋਰ ਐਗਜ਼ਾਮਪਲ ਦਾ ਚਾਰਟ ਸ਼ੋ ਦੀ ਪਰਸੈਂਟੇਜ ਆਫ ਡੇਲੀ ਇਨਟੇਕ ਆਫ ਵੈਰੀਅਸ ਨਿਊਟ੍ਰੀਐਂਟਸ, ਠੀਕ ਹੈ। ਇਹਨਾਂ ਨੂੰ ਕੰਪੇਅਰ ਕਰਨਾ, ਇਹਦੇ ਵਿੱਚ 40% ਹੈ, 21 ਹੈ, ਕੰਪੇਅਰ ਕਰਨਾ। ਇਹ ਕੰਪੇਅਰਾਈਜ਼ਨ ਦੇ ਵਿੱਚ ਆਪਾਂ ਕਿਹੜੇ ਮਤਲਬ ਆਪਾਂ ਕਨੈਕਟਰ ਜੇ ਯੂਜ਼ ਕਰਨੇ ਆ ਜਿਹੜੇ ਕੰਪੇਅਰ ਕਰਨ, ਉਹ ਮੈਂ ਤੁਹਾਨੂੰ ਪੂਰੇ ਲਿਖਾ ਰਿਹਾ, ਇਹਨੂੰ ਨੋਟ ਕਰ ਲਓ ਮੇਰੇ ਵੀਰ, ठीक है। कंपैरिजनस कह दें इनू, ठीक है वीर जी, चंगी तरह इनू नोट करो। हाईएस्ट, लोएस्ट, मैक्सिमम, मिनिमम, ठीक है। हाईएस्ट, लोएस्ट, मैक्सिमम, मिनिमम, ये तुहानूं समझ आया की लिखिया मैं। इदा लिख सकते ना, सोडियम हैव द हाईएस्ट वैल्यू 43%, ओके, एंड सैचुरेटेड फैट हाई इज़ द मिनिमम वैल्यू इज़ 21%। ये वाली चीज़ां मैं लिखिया, ठीक है। सैकेंड वन की आ जाता तुहाडा सेम, ओके, इक्वल, सिमी,
ਸਿਮਿਲਰ। ਇਹ ਤਾਂ ਆਉਂਦਾ ਜਿੱਦਾਂ ਫੋਰ ਐਗਜ਼ਾਮਪਲ 2020 2020 ਮੀਨਸ ਸੋਡੀਅਮ ਹੈਵ ਸੇਮ ਵੈਲਿਊ, ਕਿਹਦੀ ਸੇਮ ਵੈਲਿਊ ਆ, ਵਾਈਟ ਕੀ ਆ ਸਾਡਾ ਸਨੈਕਸ ਐਂਡ ਬ੍ਰੇਕਫਾਸਟ ਹੈਵ ਦਾ ਸੇਮ ਵੈਲਿਊ 40%। ਇਹਦੇ ਵਿੱਚ ਆਪਾਂ ਸੇਮ ਇਕੁਅਲ ਐਂਡ ਸਿਮਿਲਰ ਕਹਿ ਸਕਦੇ ਹਾਂ। ਥਰਡ ਵਨ ਅਪਰੋਕਸੀਮੇਟਲੀ, ਠੀਕ ਹੈ, ਅਰਾਊਂਡ ਕਹਿ ਸਕਦੇ ਹਾਂ, ਐਂਡ ਆਲਮੋਸਟ ਕਹਿ ਸਕਦੇ ਹਾਂ 20 to 90। ਮਤਲਬ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਿਹੜੇ ਮਿਲਦੇ ਜੁਲਦੇ ਹੋਣ, ਥੋੜ੍ਹਾ ਬਹੁਤਾ ਡਿਫਰੈਂਸ ਹੋਵੇ ਉਹਨਾਂ ਦੇ ਵਿੱਚ। ਫੋਰ ਐਗਜ਼ਾਮਪਲ ਆਪਾਂ ਯੂਜ਼ ਕਰ ਸਕਦੇ ਹਾਂ, ਆ ਦੇਖੋ ਡਿਨਰ 43% ਸੋਡੀਅਮ ਐਂਡ 42 ਆਲਮੋਸਟ ਸੇਮ, ਠੀਕ ਹੈ, ਅਪਰੋਕਸੀਮੇਟਲੀ ਸੇਮ, ਅਰਾਊਂਡ, ਆਲਮੋਸਟ, ਕੁਝ ਵੀ ਕਹਿ ਸਕਦੇ ਹਾਂ, ਅਪਰੋਕਸੀਮੇਟਲੀ, ਅਰਾਊਂਡ ਐਂਡ ਆਲਮੋਸਟ ਸੇਮ ਹੀ ਹੈ ਨਾ। 43 ਐਂਡ 42 ਕਿੰਨਾ ਇੱਕ ਦਾ ਡਿਫਰੈਂਸ ਆ ਨਾ, 42 ਤੇ 43, ਠੀਕ ਹੈ। ਸੌਰੀ ਕੈਮਰੇ ਵਾਲ ਨਹੀਂ ਮੈਂ ਦੇਖ ਰਿਹਾ ਸੀ, ਤੇ ਠੀਕ ਹੈ, ਸਮਝ ਆਇਆ। ਹੁਣ ਅਗਲਾ ਹੈਗਾ ਸਾਡਾ ਫੋਲੋਡ ਬਾਏ ਹੁੰਦਾ ਫੋਰ ਐਗਜ਼ਾਮਪਲ ਜਿਵੇਂ ਲੈ ਲਈਏ ਆਪਾਂ ਐਗਜ਼ਾਮਪਲ ਇਹਦੀ, ਜੇ ਇੱਥੇ ਸਾਡੀ ਵੈਲਿਊ ਆ 10 ਅਤੇ ਇੱਥੇ ਹੈਗੀ ਆ ਸਾਡੀ 15, ਠੀਕ ਹੈ, 15, ਆਪਾਂ ਕਹਿ ਸਕਦੇ ਹਾਂ ਦਾ ਸੋਡੀਅਮ ਫੋਲੋਡ ਬਾਏ ਦਾ ਸੈਚੂਰੇਟਡ ਫੈਟ ਵੈਲਿਊ। ਸੋਡੀਅਮ ਫੋਲੋ, ਇਹ ਆਪਾਂ ਕਹਿ ਸਕਦੇ ਹਾਂ ਲਾਈਨ ਗ੍ਰਾਫ ਵਿੱਚ ਆ ਜਾਂਦਾ। ਉਹਦੇ ਵਿੱਚ ਆਪਾਂ ਜਿਹੜੇ ਗ੍ਰਾਫ ਵਗੈਰਾ ਇੱਦਾਂ ਹੁੰਦੇ ਆ ਨਾ, ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਫੋਲੋਡ ਬਾਏ ਹਿਜ਼ ਵੈਲਿਊ, ਉਹਨੂੰ ਫੋਲੋ ਕਰ ਰਿਹਾ, 10 ਆ ਉਹਦੇ 15 ਨੂੰ ਫੋਲੋ ਕਰ ਰਿਹਾ, ਠੀਕ ਆ। ਅੱਗੇ ਆ ਸਕਦਾ ਆ ਡਿਫਰੈਂਸ ਕਹਿ ਸਕਦੇ ਹਾਂ, ਠੀਕ ਹੈ। ਡਿਫਰੈਂਸ ਕਿੰਨਾ ਹੋ ਸਕਦਾ, ਹਿਊਜ ਡਿਫਰੈਂਸ, ਔਰ ਘੱਟ ਨੂੰ ਕਹਿ ਸਕਦੇ ਹਾਂ, ਠੀਕ ਆ, ਕਿ ਇਹਦੇ ਵਿੱਚ ਦਾ ਵੈਲਿਊ ਹੈਵ ਹਿਊਜ ਡਿਫਰੈਂਸ ਬਿਟਵੀਨ ਦੈਮ, ਠੀਕ ਹੈ। ਇਹ ਵੀ ਨੋਟ ਕਰ ਲਿਓ ਇਹ ਚੀਜ਼ਾਂ, ਇਹ ਤੁਸੀਂ ਬਸ ਦਿਮਾਗ 'ਚ ਬਿਠਾ ਕੇ ਰੱਖਣੀਆਂ। ਟਵਾਈਸ, ਥਰਾਈਸ, ਇਹਦਾ ਮੈਂ ਕਦੀ ਯੂਜ਼ ਨਹੀਂ ਕੀਤਾ ਟਵਾਈਸ ਥਰਾਈਸ, ਪਰ ਫਿਰ ਵੀ ਜਿਹਨੂੰ ਸਮਝ ਆਉਂਦਾ ਉਹ ਕਰ ਸਕਦਾ। ਟਵਾਈਸ ਹੋ ਸਕਦਾ ਕਿ 2 ਵਾਰੀ ਰਿਪੀਟ ਹੋਇਆ। ਦਿਸ ਵੈਲਿਊ ਆਰ ਥਰਾਈਸ, ਠੀਕ ਹੈ, ਥਰਾਈਸ ਟਾਈਮ ਯੂਜ਼ ਇਨ ਦਿਸ ਪਰਟੀਕੂਲਰ ਏਰੀਆ, ਠੀਕ ਆ। ਆਪਾਂ ਯੂਜ਼ ਕਰ ਸਕਦੇ ਟਵਾਈਸ ਥਰਾਈਸ, ਜਿਵੇਂ 20 to 40, ਠੀਕ ਹੈ। ਇਹ ਕੀ ਹੋ ਗਿਆ, ਟਵਾਈਸ ਹੋ ਗਿਆ ਨਾ, 20 40, 2 ਦਾ ਡਿਫਰੈਂਸ ਨਾ, ਦੂਜੀ ਵਾਰ ਯੂਜ਼ ਹੋ ਗਿਆ। ਥਰਾਈਸ ਹੋ ਸਕਦਾ 20 3 ਵਾਰ ਯੂਜ਼ ਹੋਇਆ, 20 20 20 20 20 30। ਇਹ ਆਪਾਂ ਤੁਹਾਨੂੰ ਮੈਂ ਦੱਸਾਂਗਾ ਕਿਵੇਂ ਯੂਜ਼ ਹੁੰਦਾ ਨਾ, ਜਿੱਦਾਂ ਆਪਾਂ ਕੁਐਸਚਨ ਸੋਲਵ ਕਰਾਂਗੇ। ਜਿੱਦਾਂ ਇੱਥੇ ਵੈਲਿਊ ਆ 20, ਠੀਕ ਹੈ, ਇੱਥੇ ਵੈਲਿਊ ਆ ਸਾਡੀ 40। ਇੱਥੇ ਆਪਾਂ ਕਹਿ ਸਕਦੇ ਹਾਂ ਦ ਵੈਲਿਊ ਆਫ ਦਿਸ ਪਰਟੀਕੂਲਰ ਏਰੀਆ ਇਜ਼ ਰਿਪੀਟਡ ਟਵਾਈਸ, ਠੀਕ ਹੈ, ਆਫਟਰ ਇਨ ਦਿਸ ਈਅਰ 1990 and 80, sorry for that. And the last one is more than and less than. ਇਹ ਸਿਰਫ ਉਹਦੇ 'ਚ ਯੂਜ਼ ਹੋਣਾ ਜਿਹਦੇ ਵਿੱਚ ਸਾਨੂੰ ਕੰਪੈਰੀਜ਼ਨ ਦਿੱਤਾ ਹੋਵੇ, ਕਿ ਕੰਪੇਅਰ ਕਰਨਾ ਆ ਅਸੀਂ ਵੈਲਿਊਜ਼ ਨੂੰ, ਇਹ ਉਹਦੇ 'ਚ ਯੂਜ਼ ਹੋਣੇ ਨੇ। ਫੋਰ ਐਗਜ਼ਾਮਪਲ ਤੁਹਾਨੂੰ ਮੈਂ ਹੋਰ ਦਿਖਾ ਦਿੰਦਾ ਆ, ਕੰਪੈਰੀਜ਼ਨ ਜਿੱਦਾਂ ਆ ਗਿਆ, ਦੇਖੋ ਇਹ ਵੀ ਕੰਪੇਅਰ ਕਰ ਰਹੇ ਹਾਂ ਅਸੀਂ, ਪੈਟਰੋਲੀਅਮ, ਠੀਕ ਆ। ਆਹ ਵਾਲਾ ਕੀ ਚੀਜ਼ ਦੱਸੀ ਆ, ਹਾਂ 2015 ਵਿੱਚ ਇੰਨਾ ਸੀ, ਪਰ ਇਹਦੇ ਵਿੱਚ ਕੀ ਹੋ ਗਿਆ, ਇਹ 2016 ਵਿੱਚ ਇਨਕਰੀਜ਼ ਹੋ ਗਿਆ, ਕਿੰਨੇ ਪਰਸੈਂਟ, ਥੋੜ੍ਹਾ ਜਿਹਾ ਪਰਸੈਂਟ ਉਹਨਾਂ ਨੇ ਇਨਕਰੀਜ਼ ਕੀਤਾ। ਇਹਦੇ ਵਿੱਚ ਆਲਮੋਸਟ ਸੇਮ, ਠੀਕ ਹੈ। ਇਹਦੇ ਵਿੱਚ ਆ ਕਹਿ ਸਕਦੇ ਹਾਂ ਫੋਲੋਡ ਬਾਏ ਕਹਿ ਦਿਓ ਤੁਸੀਂ, ਠੀਕ ਹੈ, ਫੋਲੋਡ ਬਾਏ ਕਹਿ ਦਿਓ, ਇਹਨੂੰ ਆਲਮੋਸਟ ਸੇਮ ਕਹਿ ਦਿਓ। ਇਹਨੂੰ ਕਹਿ ਸਕਦੇ ਹਾਂ ਇਹ ਮੋਰ ਦੈਨ ਆ ਇਹਦੇ ਤੋਂ, ਇਹ ਕੀ ਕਹਦੇ ਇਕੁਅਲ ਆ, ਅਪਰੋਕਸੀਮੇਟਲੀ ਇਕੁਅਲ ਕਹਿ ਸਕਦੇ ਹਾਂ, ਸੇਮ ਕਹਿ ਸਕਦੇ ਹਾਂ, ਠੀਕ ਹੈ। ਇਹਨੂੰ ਆਪਾਂ ਕਹਿ ਸਕਦੇ ਹਾਂ ਇਜ਼ ਵੈਰੀ ਲੈਸ ਡਿਫਰੈਂਸ ਬਿਟਵੀਨ ਦੈਮ, ਠੀਕ ਹੈ। ਆਹ ਵਾਲੀ ਚੀਜ਼ ਸਮਝ ਲਓ, ਠੀਕ ਹੈ। ਹੁਣ ਤੁਹਾਨੂੰ ਮੈਂ ਅੱਗੇ ਕਹਿ ਸਕਦਾ ਜਿਵੇਂ ਕਿ ਹੁਣ ਜੇ ਸਾਨੂੰ ਬਾਈ ਦ ਵੇ ਆ ਜਾਵੇ ਕੰਪੈਰੀਜ਼ਨ ਛੱਡ ਕੇ ਲਾਈਨ ਗ੍ਰਾਫ ਆ ਜਾਵੇ, ਲਾਈਨ ਗ੍ਰਾਫ ਵਿੱਚ ਧਿਆਨ ਨਾਲ ਦੇਖ ਲਿਓ, ਇਹ ਕੰਪੈਰੀਜ਼ਨ ਵਾਲੇ ਸੀਗੇ, ਹੁਣ ਇਹ ਲਾਈਨ ਗ੍ਰਾਫ ਦਾ ਮੈਂ ਤੁਹਾਨੂੰ ਵੱਖਰਾ ਦਿਖਾ ਰਿਹਾ। ਲਾਈਨ GRAPH, ਪਹਿਲਾਂ ਮੈਂ ਤੁਹਾਨੂੰ ਇਹ ਚੀਜ਼ਾਂ ਤਾਂ ਲਿਖਾ ਰਿਹਾ ਕਿਉਂਕਿ ਇਹੀ ਚੀਜ਼ਾਂ ਜਿਹੜੀਆਂ ਕਲੀਅਰ ਹੋ ਗਈਆਂ ਤਾਂ ਹੀ ਤੁਸੀਂ ਅੱਗੇ ਕਰ ਸਕਦੇ ਹੋ। ਲਾਈਨ ਗ੍ਰਾਫ ਆ ਗਿਆ, ਉਹਦੇ ਵਿੱਚ ਤੁਸੀਂ ਕੀ ਕਰਨਾ ਆ, ਮੈਂ ਤਾਂ ਬਾਈ ਇਹ ਵਾਲੀ ਚੀਜ਼ ਰੱਟ ਕੇ ਗਿਆ ਸੀ, ਫਲਕਚੁਏਟਿੰਗ ਟ੍ਰੈਂਡ, zigzag trend, ठीक है। सेकेंड वन
डिक्लाइनिंग ट्रेंड, ठीक है, कह सकते हैं, ਜਾਂ इंक्रीजिंग ट्रेंड कह सकते हैं। थर्ड वन आप कह सकते हैं डिक्लाइनिंग ट्रेंड। ਤੁਹਾਨੂੰ ਇਹ ਕਿਸੇ ਨੇ ਚੀਜ਼ਾਂ ਨਹੀਂ ਦੱਸਣੀਆਂ ਜੋ ਮੇਰੇ ਵੀਰੋ ਮੈਂ ਤੁਹਾਨੂੰ ਦੱਸ ਰਿਹਾ ਹਾਂ, ਇਸ ਕਰਕੇ ਧਿਆਨ ਨਾਲ ਵੀਡੀਓ ਨੂੰ ਦੇਖ ਲਿਓ, ਕਿਉਂਕਿ ਤੁਸੀਂ ਵੀ ਸੈਂਟਰ ਵਗੈਰਾ ਜਾਂਦੇ ਹੋਣੇ ਤੇ ਤੁਹਾਨੂੰ ਸਿੱਧਾ ਉਹ ਕਾਪੀ ਪੈਨ ਫੜਾ ਦਿੰਦੇ ਹੋਣੇ ਤੇ ਕਹਿੰਦੇ ਹੋਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹਿ ਜਾਓ ਤੇ ਇਹਨਾਂ ਨੂੰ ਸੋਲਵ ਕਰੋ, ਰਾਈਟ, ਕਿਉਂਕਿ ਮੈਂ ਵੀ ਇਹ ਚੀਜ਼ ਫੇਸ ਕੀਤੀ ਆ, ਠੀਕ ਹੈ। ਤੇ ਸੌਰੀ ਫॉर दैट ਯਾਰ, ਨੋਇਸ ਬਹੁਤ ਆ ਰਹੀ ਹੈ। ਤੇ ਇਸ ਕਰਕੇ ਇਹ ਚੀਜ਼ ਨੂੰ ਤੁਸੀਂ ਧਿਆਨ ਨਾਲ ਰੱਟਾ ਲਗਾ ਕੇ ਪੜ੍ਹ ਕੇ ਜਾਇਓ, ਠੀਕ ਹੈ। ਗ੍ਰੈਜੂਅਲ ਰੱਟਾ ਤਾਂ ਇੱਦਾਂ ਲਗਾਇਓ ਕਿ ਯਾਰ ਬਾਰ-ਬਾਰ ਲਿਖ ਕੇ ਦੇਖਿਓ ਇਹਨਾਂ ਨੂੰ ਯਾਰ, ਉਹੀ ਤੁਹਾਡੇ ਲਈ ਬੈਟਰ ਆ। ਬਾਕੀ ਜਿਹੜੇ ਤਾਂ ਬੰਦੇ ਪੜ੍ਹ ਸਕਦੇ ਆ ਉਹ ਇਹਨੂੰ ਪੜ੍ਹ ਕੇ ਵੀ ਜਾਣ, ਠੀਕ ਹੈ। ਦੇਖੋ ਗ੍ਰੈਜੂਅਲੀ ਇਨਕਰੀਜ਼ ਐਂਡ ਡਿਕਰੀਜ਼, ਤੁਹਾਨੂੰ ਮੈਂ ਸਮਝਾਉਣਾ ਇਹਨਾਂ ਦੀ ਮੀਨਿੰਗ ਬਾਅਦ 'ਚ, ਠੀਕ ਆ। ਸਡਨ, drastically, dramatically, ठीक है, increase। 6 1 constant। ਅਸੀਂ ਬਈ एग्जाम क्लीयर करना आ आयल्स ਦਾ। आयल्स कोई बड़ी चीज़ नहीं हैगी, हार ना मनो मेरे भी। STAGNANT, ठीक है, ਸਾਰੇ ਬੰਦੇ ਯਾਰ ਕਲੀਅਰ ਕਰ ਲੈਂਦੇ ਆਇਲਸ, ਬਸ ਹਾਰ ਨਹੀਂ ਮੰਨਣੀ। ਜਿਵੇਂ ਕਿ ਮੇਰਾ ਸੀਗਾ ਯਾਰ, ਮੋਟਿਵ ਇੱਕ ਬਣਾ ਕੇ ਰੱਖਿਆ ਸੀ ਕਿ ਬਸ ਚੀਜ਼ ਕਰਨੀ ਹੈ ਯਾਰ, ਠੀਕ ਹੈ ਨਾ। ਡਿੱਗ ਡਿੱਗ ਕੇ ਹੀ ਬੰਦਾ ਤੁਹਾਨੂੰ ਪਤਾ ਉੱਪਰ ਤੱਕ ਚੜ੍ਹਦਾ ਆ। ਜੇ ਅਸੀਂ ਡਿੱਗਾਂਗੇ ਨਹੀਂ ਸਾਨੂੰ ਪਤਾ ਕਿਵੇਂ ਲੱਗੇਗਾ ਕਿ ਅਸੀਂ ਕੌਣ ਆ। ਸਟਾਰਟਿੰਗ ਲੱਗੂਗੀ ਤਾਂ ਸੈਕਿੰਡ ਟਾਈਮ ਤੁਸੀਂ ਕਿਵੇਂ ਮਤਲਬ ਚੰਗੀ ਤਰ੍ਹਾਂ ਤੁਰੋਗੇ, ਠੀਕ ਹੈ ਕਿ ਨਹੀਂ। ਚਲੋ ਬਹੁਤੀਆਂ ਗੱਲਾਂ ਆਪਾਂ ਨਹੀਂ ਕਰਨੀਆਂ, ਠੀਕ ਹੈ। ਸਕਾਈ ਰੌਕਟਡ, ਹੁਣ ਇਹ ਚੀਜ਼ ਆਪਾਂ ਕਿਵੇਂ ਯੂਜ਼ ਕਰਦੇ ਹਾਂ, ਠੀਕ ਹੈ। ਇੱਕ ਮਿੰਟ ਰੁਕੋ, ਮੈਂ ਤੁਹਾਨੂੰ ਕੋਈ ਲਾਈਨ ਗ੍ਰਾਫ ਵਾਲਾ ਦੱਸਦਾ, ਉਹਦੇ ਹਿਸਾਬ ਨਾਲ ਮੈਂ ਦੱਸਦਾ। ਆਹ ਦੇਖੋ, ਆਹ ਸਾਡਾ ਹੋ ਗਿਆ ਜਿਹੜਾ ਆਪਾਂ ਡਾਇਗਰਾਮ ਵਗੈਰਾ, ਜਿਹੜੀ ਫਲੋ ਚਾਰਟ ਆਪਾਂ ਕਹਿ ਸਕਦੇ ਹਾਂ, ਹੈ ਨਾ। ਲਾਈਨ ਗ੍ਰਾਫ, ਆਹ ਮੈਪ ਹੋ ਗਿਆ, ਇੱਦਾਂ ਦਾ ਮੈਪ ਹੁੰਦਾ ਆ। ਸੌਰੀ ਫॉर दैट, ਆਹ ਮੈਪ ਹੁੰਦਾ ਆ ਕਿ ਇੰਨੇ ਵਿੱਚ ਇੰਨਾ ਸੀ, ਇੰਨੇ ਸਾਲ 'ਚ ਇੰਨਾ ਹੋ ਗਿਆ। ਆਹ ਫਲੋ ਡਾਇਗਰਾਮ ਆ। ਰੁਕੋ ਮੈਂ ਲਾਈਨ ਗ੍ਰਾਫ ਵਾਲੀ ਤੁਹਾਨੂੰ ਐਗਜ਼ਾਮਪਲ ਦੱਸਦਾ ਹਾਂ। मेरे को रीडिंग्स, सॉरी फॉर दैट। आ बार ग्राफ है साडा, ठीक है। इनक्रीज डिक्रीज ਇਹਦੇ ਵਿੱਚ ਆਪਾਂ ਯੂਜ਼ ਕਰਾਂਗੇ ਉਹ ਜਿਹੜਾ ਕੰਪੈਰੀਜ਼ਨ ਦੱਸਿਆ। ਆ ਰਿਹਾ ਲਾਈਨ ਗ੍ਰਾਫ। ਹੁਣ ਇਹ ਲਾਈਨ ਗ੍ਰਾਫ ਦੇ ਵਿੱਚ ਆਪਾਂ ਕਿਵੇਂ ਯੂਜ਼ ਕਰਨੇ ਆ ਕੰਪੈਰੀਜ਼ਨ, ਨਾ। ਦੇਖੋ ਫਲਕਚੁਏਟਿੰਗ ਟ੍ਰੈਂਡ ਮੀਨਸ ਹੁੰਦਾ ਆ ਜੇ ਸਾਡੀ ਲਾਈਨ ਇੱਦਾਂ ਹੈ ਨਾ, 90 50 ਵਿੱਚ ਤੇ 90 80 ਲਾ ਲਓ, ਠੀਕ ਆ। 90 50 ਵਿੱਚ ਕੀ ਸੀ, ਇੱਦਾਂ ਆ, ਠੀਕ ਆ। ਇਹ ਹੈਗਾ ਸਮਝ ਲਓ ਸਾਡਾ ਸਾਈਕਲ, ਇਹ ਲਾ ਲਓ, ਇਹ ਇੱਦਾਂ, ਇਹ ਲਾ ਲਓ ਬਾਈਕ। The price of cycle in 1950 was in fluctuating trend and the price of bike in 1980 was, ਹਮੇਸ਼ਾ ਲੱਗਣਾ ਹੈ, was gradually increase until 1985। ਇੱਥੇ ਕਹਿ ਸਕਦੇ ਹਾਂ ਆਪਾਂ until 1961। ਸਮਝ ਆਇਆ ਫਲਕਚੁਏਟਿੰਗ ਤੇ ਉਹਦੇ ਵਿੱਚ। ਤੇ ਆਹ ਦੇਖੋ ਹੁਣ ਇਹਦੇ ਵਿੱਚ ਆਪਾਂ ਕੀ ਕਰਾਂਗੇ, in 1978 ਇਹ ਲਾਈਨ ਕਾਹਦੀ ਆ, age of 14 and 24 people are in inclining trend until 1988। after that in 1988 after that it's gradually sudden increase ਕਹਿ ਸਕਦੇ ਹਾਂ। gradually ਹੁੰਦਾ slowly ਇਹ ਆਪਾਂ sudden increase ਹੈ, okay। in 1998 to 2013 is gradually decrease and at the last in 2008 it's sudden decrease until the 2008, ਠੀਕ ਹੈ। ਇਹ ਵਾਲੀ ਚੀਜ਼ ਕਰਨੀ ਆ। ਹੁਣ ਤੁਹਾਨੂੰ ਮੈਂ ਦੇਖੋ ਫਲਕਚੁਏਟਿੰਗ ਦਾ ਵੀ ਦੱਸਤਾ, ਗ੍ਰੈਜੂਅਲੀ ਵੀ ਦੱਸਤਾ, ਇਨਕਲਾਈਨ ਔਰ ਡਿਕਰੀਜ਼ ਵੀ ਦੱਸਤਾ, ਸਡਨ ਡਰਾਮੈਟਿਕਲੀ ਔਰ ਡਰਾਸਟਿਕਲੀ। ਸਡਨ ਮੀਨਸ ਇਹਨੂੰ ਆਪਾਂ ਸਡਨ ਕਹਿ ਸਕਦੇ, ਇੱਥੇ ਕਹਿ ਸਕਦੇ ਹਾਂ ਸਡਨ ਇਨਕਰੀਜ਼, ਓਕੇ। ਸਡਨ ਇਨਕਰੀਜ਼, ਡਰਾਸਟਿਕਲੀ
ਸੌਰੀ ਫॉर दैट DRE ਆ, ਠੀਕ ਹੈ, ਡਰਾਸਟਿਕਲੀ ਇਨਕਰੀਜ਼ ਐਂਡ ਡਰਾਮੈਟਿਕਲੀ ਇਨਕਰੀਜ਼ ਔਰ ਡਿਕਰੀਜ਼, ਠੀਕ ਹੈ। ਆ ਕਹਿ ਸਕਦੇ ਹਾਂ, ਇਹ ਵੀ ਹੋ ਗਿਆ ਸਾਡਾ 5th ਵੀ ਪੁਆਇੰਟ ਹੋ ਗਿਆ। ਅੱਗੇ 6th ਕੌਨਸਟੈਂਟ, ਸਟੇਗਨੈਂਟ, ਰਿਮੇਨ ਅਨਚੇਂਜਡ। ਇੱਥੇ ਕਹਿ ਸਕਦੇ ਹਾਂ in 1998 to 2003 the age group of 15 are remain unchanged, ਔਰ ਕਹਿ ਸਕਦੇ ਹਾਂ ਕੌਨਸਟੈਂਟ ਔਰ ਸਟੇਗਨੈਂਟ, ਠੀਕ ਹੈ। ਇੱਥੇ ਆ ਚੀਜ਼ ਆ ਜਾਣੀ 6, ਠੀਕ ਹੈ। ਪੀਕ ਪੁਆਇੰਟ ਇਹ ਲਾਸਟ ਵਨ 'ਤੇ ਆਪਾਂ ਕਹਿ ਸਕਦੇ ਹਾਂ in the age group of 50+ people are there on their peak point in 2008, peak point or skyrocketed in 2008। ਇੰਨੀ ਚੀਜ਼ ਵੀਰੋ ਸਮਝ ਆ ਗਈ? ਜੇ ਤੁਹਾਨੂੰ ਆ ਗਈ ਆ ਤਾਂ ਮੈਨੂੰ ਜ਼ਰੂਰ ਦੱਸਿਓ, ਨਹੀਂ ਆਈ ਕਮੈਂਟ ਸੈਕਸ਼ਨ 'ਚ ਦੱਸਿਓ, ਠੀਕ ਆ। ਹੁਣ ਬਾਕੀ ਮੈਂ ਤੁਹਾਨੂੰ ਇਹਦੇ ਵਿੱਚ ਇਸ ਤੋਂ ਬਾਅਦ ਇਹ ਸਿਰਫ ਤੁਹਾਡਾ ਓਵਰਵਿਊ ਦੇ ਰਿਹਾ ਆ। ਆਹ ਦੇਖੋ, ਆ ਵੀ ਮੈਂ ਚੀਜ਼ਾਂ ਇੱਥੇ ਲਿਖੀਆਂ ਪਈਆਂ ਆ ਜਦੋਂ ਮੈਂ ਸੋਲਵ ਕਰਦਾ ਹੁੰਦਾ ਸੀ ਖੁਦ। ਇਨਕਰੀਜ਼, ਇਨਕਰੀਮੈਂਟ, ਸਡਨ, ਡਰਾਮੈਟਿਕ, ਕੌਨਸਟੈਂਟ, ਫਲਕਚੁਏਟਿੰਗ, ਹਾਈਐਸਟ, ਪੀਕ ਜਾਂ ਸਕਾਈ ਰੌਕਟਡ। ਇੱਕ ਹਾਈਐਸਟ ਪੁਆਇੰਟ ਵੀ ਕਹਿ ਸਕਦੇ ਹਾਂ ਨਾ, ਪਰ ਯਾਰ ਇੰਨਾ ਤੁਸੀਂ ਨਾ ਹੀ ਲਿਖੋ। ਚਲੋ ਇਹ ਉਹਦੇ ਲਈ ਆ ਜਿਹੜੇ ਐਕਸਟਰਾ ਵਰਡ ਬੱਚੇ ਮਤਲਬ ਕਿ ਜਿਹੜਾ ਕਰਨਾ ਚਾਹੁੰਦੇ ਨੇ ਉਹ ਲਿਖ ਲਓ, ਠੀਕ ਹੈ। ਲੋਐਸਟ ਪੁਆਇੰਟ, ਲੈਸ ਪੁਆਇੰਟ, ਗ੍ਰੈਜੂਅਲੀ ਐਂਡ ਸਲੋਲੀ ਪਰ ਗ੍ਰੈਜੂਅਲੀ ਲਿਖੋਗੇ ਤਾਂ ਉਹਦੇ ਨਾਲ ਤੁਹਾਡੇ ਮਾਰਕਸ ਜ਼ਿਆਦਾ ਇਨਕਰੀਜ਼ ਹੋ ਸਕਦੇ ਆ। ਚਲੋ ਹੁਣ ਮੈਂ ਤੁਹਾਨੂੰ ਨਾ ਕੁਛ ਇੱਦਾਂ ਦੀਆਂ ਚੀਜ਼ਾਂ ਦੱਸੂੰਗਾ ਜਿਹੜੀਆਂ ਆਪਾਂ ਟਾਸਕ 1 ਸ਼ੁਰੂ ਕਰਨ ਲੱਗੇ ਲਿਖਣੀਆਂ ਨੇ। ਫੋਰ ਐਗਜ਼ਾਮਪਲ ਇਹਨੂੰ ਹੀ ਲਾ ਲਓ, ਦ ਲਾਈਨ ਗ੍ਰਾਫ ਸ਼ੋਜ਼ ਗ੍ਰਾਫ ਲਾਈਨ, ਠੀਕ ਆ। ਹੁਣ ਇਹਦਾ ਮੈਂ ਤੁਹਾਨੂੰ ਡਿਫਰੈਂਸ ਕਲੀਅਰ ਕਰਾਉਣਾ ਆ। ਜੇ ਸਾਡੇ ਕੋਲ ਇੱਕੋ ਹੀ ਆ ਗ੍ਰਾਫ ਤਾਂ ਆਪਾਂ ਇੱਥੇ ਲਿਖਾਂਗੇ ਜਿੱਦਾਂ ਦਾ ਲਾਈਨ ਗ੍ਰਾਫ ਸ਼ੋਜ਼ ਆ, ਆਪਾਂ ਇਹਨੂੰ ਕਿੱਦਾਂ ਲਿਖਾਂਗੇ? ਜਿਹੜੀ ਜੇ ਮੈਂ ਮਾਰਕ ਕਰੂੰਗਾ ਦੀ ਲਾਈਨ graph illustrate, the line graph illustrates। ਜੇ ਦੇਖੋ illustrates ਐਸ ਤਾਂ ਆਉਣੀ ਆ ਜੇ ਇੱਥੇ ਐਸ ਕੱਲਾ ਇੱਕੋ ਹੀ ਗ੍ਰਾਫ ਆ। ਜਿੱਥੇ ਗ੍ਰਾਫਸ ਹੁੰਦੇ ਫਿਰ ਕੱਲਾ ਇੱਥੇ ਐਸ ਨਹੀਂ ਆਣੀ ਸੀ। ਇਹ ਵਾਲੀ ਚੀਜ਼ ਨੂੰ ਰੱਟਾ ਲਗਾ ਲਓ। ਇਹ ਵਾਲੀ ਚੀਜ਼ ਆਪਾਂ ਸ਼ੋ ਦੀ ਥਾਂ 'ਤੇ ਲਿਖਣੀ ਆ, ਸ਼ੋ ਦੀ ਥਾਂ 'ਤੇ illustrates ਲਿਖਣਾ। illustrate ਦੀ ਪਰਸੈਂਟੇਜ ਨੂੰ ਪ੍ਰਪੋਰਸ਼ਨ ਲਿਖ ਦੇਣਾ, ਠੀਕ ਹੈ। ਪਰਸੈਂਟੇਜ ਦਾ ਤੁਸੀਂ ਸਿਨੋਨੀਅਮ ਕੱਢ ਲੈਣਾ, ਪ੍ਰਪੋਰਸ਼ਨ। ਇਲਸਟ੍ਰੇਟ ਦੀ, ਕਿਉਂਕਿ ਇਹਦੇ ਵਿੱਚ ਨਾ ਸਾਨੂੰ ਉਲਟ ਪੁਲਟ ਘੁਮਾ ਕੇ ਲਿਖਣ ਦੀ ਲੋੜ ਨਹੀਂ ਹੁੰਦੀ, ਠੀਕ ਹੈ। ਆਪਾਂ ਇਹਨੂੰ ਪ੍ਰਪੋਰਸ਼ਨ ਲਿਖ ਸਕਦੇ ਹਾਂ, ਠੀਕ ਹੈ। ਹੋਰ ਵੀ ਮਤਲਬ ਜਿਹੜਾ ਤੁਸੀਂ ਮਤਲਬ ਕਿ ਜਿਹੜੀ ਚੀਜ਼ ਤੁਹਾਨੂੰ ਬੈਟਰ ਲੱਗਦੀ ਆ ਉਹ ਲਿਖ ਸਕਦੇ ਹੋ। ਇਹਦਾ ਸਿਨੋਨੀਅਮ ਕੱਢ ਲੈਣਾ, ਠੀਕ ਹੈ। ਇੱਥੇ ਲਿਖ ਦੇਣਾ ਪ੍ਰਪੋਰਸ਼ਨ ਆਫ ਡਿਫਰੈਂਟ ਏਜ ਗਰੁੱਪਸ ਆਫ ਸਿਨੇਮਾ ਵਿਜ਼ਟਰ, ਠੀਕ ਹੈ। ਡਿਫਰੈਂਟ ਏਜ ਗਰੁੱਪ ਤੁਸੀਂ ਲਿਖ ਸਕਦੇ ਹੋ, ਡਿਫਰੈਂਟ ਏਜ ਗਰੁੱਪਸ 14 to ਇਹ ਲਿਖਣ ਦੀ ਮਤਲਬ ਲੋੜ ਨਹੀਂ, ਪਰ ਜੇ ਤੁਸੀਂ ਬੜਾ ਕਰਨਾ ਚਾਹੁੰਦੇ ਹੋ ਲਿਖ ਸਕਦੇ ਹੋ। ਏਜ ਗਰੁੱਪ ਆਫ ਸਿਨੇਮਾ ਵਿਜ਼ਟਰ ਇਨ ਪਰਟੀਕੂਲਰ ਨੇਸ਼ਨ, ਕੰਟਰੀ ਨੂੰ ਲਿਖ ਦਾਂਗੇ ਨੇਸ਼ਨ, ਫॉर 1978 to 2000। ਬਸ ਇੰਨਾ ਲਿਖਣਾ 1972, ਠੀਕ ਹੈ। ਫਿਰ ਉਸ ਤੋਂ ਬਾਅਦ ਜਿਹੜੀ ਇੱਕ ਚੀਜ਼ ਲਿਖਣੀ ਆ ਤੁਸੀਂ ਉਹ ਕੀ ਲਿਖਣੀ ਆ, ਜਿਹੜੀ ਮੈਂ ਥੀਸਿਸ ਜਿਹੜੇ ਇੱਥੇ ਆਪਾਂ ਲਾਸਟ ਵਿੱਚ ਸਟੇਟਮੈਂਟ ਲਿਖਣੀ ਹੈ। ਇੰਨਾ ਤਾਂ ਸਮਝ ਆ ਗਿਆ, ਇਹਦੇ ਵਿੱਚ ਤੁਸੀਂ ਸਿਨੋਨੀਅਮ ਹੀ ਯੂਜ਼ ਕਰਨੇ ਆ, ਹੋਰ ਇਹਦੇ ਵਿੱਚ ਕੋਈ ਚੀਜ਼ ਯੂਜ਼ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ। ਆਪਾਂ ਲਿਖਣਾ ਆ ਇੱਥੇ ਹਾਂ, ਦੀ ਡਾਟਾ ਹੈਜ਼ ਬੀਨ calibrated, CALIBRATED, calibrated in ਕਾਹਦੇ ਵਿੱਚ ਹੈ ਕੈਲੀਬ੍ਰੇਟਡ ਇਨ? ਜੇ ਦੇਖੋ ਇਹ ਇੱਥੇ ਕੀ ਪਾਊਂਡਸ ਵਗੈਰਾ ਕਾਹਦੇ ਕੈਲੀਬ੍ਰੇਟਡ ਇਨ? ਨੰਬਰਸ ਦੇ ਵਿੱਚ ਹੀ ਹੈ ਨਾ, ਨੰਬਰ ਆ ਨਾ, ਆਪਾਂ ਕਹਿ ਸਕਦੇ ਹਾਂ ਇਨ ਨੰਬਰ, NEBERS ਨੰਬਰਸ। ਜੇ ਬਾਰ ਗ੍ਰਾਫ ਹੁੰਦਾ, ਜੇ ਤੁਹਾਨੂੰ ਮਿਲੀਅਨ ਦਿੱਤਾ ਹੁੰਦਾ ਇਨ ਮਿਲੀਅਨਸ, ਠੀਕ ਹੈ, ਇਨ ਪਾਊਂਡਸ, ਠੀਕ ਹੈ। ਇੱਥੇ ਲਿਖਣਾ, ਇਹ ਲਾਈਨ ਨੂੰ ਰੱਟਾ ਲਾ ਲਓ, ਠੀਕ ਹੈ। ਇਨ ਮਿਲੀਅਨਸ, ਇਨ ਪਾਊਂਡਸ, ਇਨ ਵਟ ਐਵਰ ਜੋ ਵੀ ਲਿਖਿਆ ਉਹਦੇ ਵਿੱਚ ਉਹ ਹਿਸਾਬ ਨਾਲ, ਠੀਕ ਹੈ। ਥੋੜੀ ਲਾਈਟ ਜੀ ਵਧਾ ਦਾਂ ਯਾਰ, ਸ਼ਾਮ ਦਾ ਟਾਈਮ ਹੋ ਜਾਂਦਾ, ਮੈਨੂੰ ਸ਼ਾਮ ਹੀ ਹੁੰਦੀ ਵੀਡੀਓ ਬਣਾਉਂਦੇ, ਠੀਕ ਹੈ। ਨੰਬਰਸ, ਪਾਊਂਡਸ ਜੋ ਵੀ ਤੁਸੀਂ ਮਤਲਬ ਲਿਖ ਸਕਦੇ ਹੋ, ਠੀਕ ਹੈ। ਹੋਰ ਆਪਾਂ ਕੀ ਕਹਿ ਸਕਦੇ, ਡਾਟਾ ਕੈਲੀਬ੍ਰੇਟਡ ਇਨ ਪਰਸੈਂਟੇਜ, ਜੇ ਪਰਸੈਂਟੇਜ ਦੇ ਵਿੱਚ ਪ੍ਰੋਵਾਈਡ ਕੀਤਾ ਆ, ਠੀਕ ਹੈ। ਫਿਰ ਡਾਟਾ ਹੈ ਕੈਲੀਬ੍ਰੇਟਡ ਹੈਜ਼ ਬਿਨ ਪਰਸੈਂਟੇਜ ਉਹ ਇੱਕੋ ਹੀ ਗੱਲ ਹੋ ਗਈ, ਠੀਕ ਹੈ। ਹੋਰ ਆਪਾਂ ਕਹਿ ਸਕਦੇ ਹਾਂ ਡਾਟਾ ਹੈਜ਼ ਬਿਨ ਕੈਲੀਬ੍ਰੇਟਡ ਇਨ ਟਨਸ ਵਿੱਚ ਪ੍ਰੋਵਾਈਡ ਕੀਤਾ ਆ। ਡਾਟਾ ਹੈਜ਼ ਬਿਨ ਕੈਲੀਬ੍ਰੇਟਡ ਇਨ ਮਿਲੀਅਨਸ, ਠੀਕ ਹੈ। ਡਾਟਾ ਹੈਜ਼ ਬਿਨ ਕੈਲੀਬ੍ਰੇਟਡ ਇਨ ਪਰਸੈਂਟੇਜ ਨੂੰ ਪ੍ਰਪੋਰਸ਼ਨ ਕਹਿ ਸਕਦੇ ਹਾਂ, ਠੀਕ ਹੈ। ਮਤਲਬ ਕਿ ਇਹ ਚੀਜ਼ ਤੁਸੀਂ ਲਿਖਣੀ ਆ। ਹੁਣ ਅੱਗੇ ਜਿਹੜੇ ਆਪਾਂ ਸ਼ੁਰੂ ਕਰਨਾ ਇਹਦਾ BP1, ਉਹਦੇ ਵਿੱਚ ਤੁਸੀਂ ਕੀ ਲਿਖਣੇ ਹੈ, ਠੀਕ ਹੈ। ਉਹਦੇ ਵਿੱਚ ਲਿਖਣਾ ਐਟ ਦੀ FI
GLANCE फर्स्ट, ठीक है, GLANCE फर्स्ट ग्लैंस, ठीक है। ये रट्टा ला लो, इन्नी चीज़ नू रट्टा ला लो, एक आ वाली लाइन नू पढ़ लो, एक आ चीज़ नू रट्टा ला लो, एट द फर्स्ट ग्लैंस, ठीक है। फर्स्ट ग्लांस मतलब कि आप कर सकते हैं, लिख सकते हैं एट द फर्स्ट ग्लैंस। इत्थे पे अगे एक जी लाइन होर तुसीं रट्टा लानी है, इट कैन बी SERVED ऑबजर्वड दैट। ये वाली लाइन भी मेरे वीरों पढ़ दिओ, क्योंकि इन्ना तो मैं तुहाडा देखो करा ही रहा हाँ। इट कैन बी ऑबजर्वड दैट, इत्थों लैके इन्नी चीज़ ऑबजर्व दैट, उस तो बाद की आ की ऑबजर्वड की हो रहा, ऑबजर्वड इन 1978, ठीक है। अगे आप सीधा शुरू कर देना, इन 1978, ठीक है। इन द एज ग्रुप ऑफ 15+ पीपल, एज ग्रुप ऑफ 15+ पीपल, ठीक है, आर ग्रैजुअली डिक्रीज अंटिल 1988, ठीक है। ये आप वो चीज़ ऐड कर देनी, इन्नी चीज़ में असी रट्टा लगा लेना है, ठीक है। एट द फर्स्ट ग्लैंड इट कैन बी ऑबजर्व दैट, इन्नी चीज़ में तुसी रट्टा लगा लेना, ठीक है। ओके, इन्ना फिनिश हो गया। उस तो बाद जिले तुसी इहदा अद्धे नूं एक्सप्लेन करते, जिवें 2 लाइन ग्राफ एक्सप्लेन कर दिते हैं, फिर आप जिमें कि 2 लाइन ग्राफ नूं एक्सप्लेन करके इत्थे तक लगा लो, 150 वर्ड आप कंप्लीट कर लेना, ये इत्थे तक लिख लिया। उस तो बाद अगे इनू ही आप एक्सप्लेन कर रहे हैं ना, अगे फिर आप लिखना है PROVING, ये BP2 आ, प्रूविंग FURTHER। मेरे यार फर्दर की स्पैलिंग बहुत गलत होंगे सी, प्रूविंग फर्दर के, ठीक है। ये स्पैलिंग अपने ध्यान नाल देख लेना, ठीक है। उस तो बाद कोमा लगाना जरूर लगाना, भुलना नहीं, ठीक है। फिर उस तो अगे की कह देना, प्रूविंग फर्दर इन 1978 द एज ग्रुप ऑफ 25 to 34 पीपल आर इन डिक्राइजिंग ट्रेंड अंटिल 1988। फिर अगे पूरा वो एक्सप्लेन कर देना जो आप लिखना चाहते हैं ना, पूरा इतने एक्सप्लेन कर देना, यही चीज़ बस इतने लिखना, डिक्रीज इंक्रीजिंग ट्रेंड, डिक्रीजिंग ट्रेंड, ग्रैजुअली डिक्रीज, ठीक है। लास्ट में जो आता साडा वो लिख देना तुसी ओवरऑल, ओवरऑल में फिर की लिखना, इट इज़ विविड दैट, ओवरऑल का ओ बड़ा पा दिओ, आ इन्नी चीज़ नूं रट्टा ला लो, इन्नी चीज़ नूं रट्टा ला लो। ओवर दैट की ਉਹਦੇ ਵਿੱਚ ਦੱਸਣ ਡਿਆ, दी पॉपूलेशन ऑफ एज ग्रुप 15 was in their peak point in 2008, okay, and very highest point, and in the age group of 25 to 34 people are in decreasing is minimum in 2008। ਇਹ 'ਚ ਕੰਪੈਰੀਜ਼ਨ ਦੱਸਣਾ ਸੀ, ਓਵਰਆਲ 'ਚ ਕੰਪੈਰੀਜ਼ਨ ਦੱਸ ਦੇਣਾ ਕਿ ਇਹਦੀ ਜ਼ਿਆਦਾ ਸੀ ਅਤੇ ਇਹਦੀ ਇੰਨੇ ਵਿੱਚ ਘੱਟ ਸੀ, ਇਹ ਸਨ ਵਿੱਚ ਬਸ ਸਾਡੇ 150 ਵਰਡ ਕੰਪਲੀਟ ਹੋ ਗਏ, ठीक है जी। ये सारा देखो साडा डिपेंड करता है, जी मैं तुहानूं पहलां चीज़ां लिखाइयां लाइन ग्राफ विच ये सारी चीज़ां यूज़ होंदियां। कंपैरिजन जिमें कि साडा आ गया, कंपैरिजन वाला मैं तुहानूं दिखा दिंदा, जिमें साडा आ गया ये वाला, ये आपां यूज़ करना है मैक्सीमम, मिनीमम, हाईएस्ट, लोएस्ट, ठीक है। बस आ चीज़ां दा मेरा पेज ध्यान रखना है, आ चीज़ आ लाइन कैलीब्रेटेड हरेक चाणी, इन्हां तुहाडे पॉइंट इनक्रीज होगी, क्योंकि ये चीज़ां तुहानूं पता इलस्ट्रेट्स लिखना है, जो कल्ला ग्राफ आ, जो ग्राफ्स आ फिर स्ट्रेट आना, एस नहीं आना, ठीक है। एट द फर्स्ट क्लाइंट इट कैन की ऑबजर्व दैट, इन्ना तुहाडा आना है, ठीक है। ये वाली चीज़ में रट्टा लगाना है, प्रूविंग फर्दर अगे उन्होंने सेम एक्सप्लेन कर रहे हैं, प्रूविंग फर्दर लिख के लास्ट वन ओवरऑल इट इज़ विविड दैट। ये मेरा वीर चीज़ां लिख लो, पढ़ लो, रट्टा लगा लो, वट एवर यू वांट टू डू करो, पर तुहाडे ਇਹਦੇ ਚੋਂ 6 ਵਰਡ ਕਿਤੇ ਨਹੀਂ ਜਾਂਦੇ। ਇਹ ਟੈਕਨੀਕ ਸਿਰਫ ਉਹ ਨਾਲ ਆ ਜਿਹੜੇ ਬੰਦੇ ਮਤਲਬ ਬਿਲਕੁਲ ਲੋ ਲੈਵਲ ਦੇ ਨੇ, ਜਿਹੜੇ ਬਾਈ ਸਮਝਦੇ ਹੀ ਨਹੀਂ ਹੋ ਕਿ ਰਾਈਟਿੰਗ ਨੂੰ ਕਿਵੇਂ ਕਰੀਏ, ਕਿ ਇੰਗਲਿਸ਼ ਕਿਵੇਂ ਲਿਖੀਏ। ਮੇਰਾ ਵੀ ਪਹਿਲਾਂ ਇਹੀ ਹਾਲ ਸੀ, ਇਸ ਕਰਕੇ ਮੈਂ ਵੀਡੀਓ ਬਣਾਉਣੀ ਸਹੀ ਸਮਝੀ। ਅੱਗੇ ਤੁਹਾਨੂੰ ਤੁਸੀਂ ਚਾਹੁੰਦੇ ਆ ਕਿ ਟਾਸਕ ਮੈਨੂੰ ਪੂਰਾ ਮੈਂ ਲਿਖ ਕੇ ਦੱਸਾਂ, ਉਹ ਤੁਸੀਂ ਮੈਨੂੰ ਮਤਲਬ ਕਿ ਕਮੈਂਟ ਸੈਕਸ਼ਨ ਵਿੱਚ ਦੱਸ ਦਿਓ, ਉਹਦੇ 'ਤੇ ਵੀ ਮੈਂ ਅਲੱਗ ਤੋਂ ਵੀਡੀਓ ਬਣਾ ਦੂੰਗਾ। ਪਰ ਮੈਨੂੰ ਲੱਗਦਾ ਕਿ ਪੂਰਾ ਲਿਖਣ ਦੀ ਤਾਂ ਲੋੜ ਹੀ ਨਹੀਂ, ਕਿਉਂਕਿ ਸਾਰਾ ਮੈਂ ਤੁਹਾਨੂੰ ਇੱਥੋਂ ਹੀ ਐਕਸਪਲੇਨ ਕਰ ਦਿੱਤਾ ਲਾਈਨ ਗ੍ਰਾਫ ਬਾਰੇ, ਠੀਕ ਹੈ, ਕੀ ਆ ਕੀ ਨਹੀਂ ਆ। कुछ ना समझ आवे लैट मी नो इन कमेंट सैक्शन। इंस्टाग्राम पर भी मैंने फॉलो कर लो, आई एम हिम्मत फिर के नाम से ये आईडी आ। चलो ठीक है, वीडियो नहीं ज़्यादा लंबी नहीं करते हैं, ठीक है। उस करके मिलते हैं फिर नैक्सट वीडियो के। सो थैंक यू सो मच गाइज, एंड 3000 सबसक्राइबर तुसी यार एक हफ्ते जी पूरे करवाते मेरे।
ਬਹੁਤ ਜ਼ਿਆਦਾ ਪਿਆਰ ਮਿਲਿਆ ਤੁਹਾਡੇ ਦੁਆਰਾ, ਤੇ ਇਦਾਂ ਹੀ ਪਿਆਰ ਕਰਦੇ ਰਹੋ, ਤੇ ਇਦਾਂ ਮੈਂ ਵੀਡੀਓ ਪਾਉਂਦਾ ਰਹੂੰਗਾ। ਠੀਕ ਹੈ, ਸਾਰੇ ਦੇ ਐਗਜ਼ਾਮ ਕਲੀਅਰ ਹੋ ਜਾਣੇ ਨੇ, ਟੈਨਸ਼ਨ ਨਾ ਲਓ, ਬਸ ਆਪਣੇ ਆਪ ਤੇ ਭਰੋਸਾ ਰੱਖੋ। ਥੈਂਕ ਯੂ ਸੋ ਮਚ ਗਾਇਜ਼, ਮਿਲਦੇ ਨੈਕਸਟ ਵੀਡੀਓ 'ਚ, ਬਾਏ ਬਾਏ।